एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਚਰਨ ਕੌਰ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਐਡਵੋਕੇਟ ਕਮਲ ਸਿੰਘ, ਗੁਰਪ੍ਰੀਤ ਕੌਰ, ਐਡਵੋਕੇਟ ਅਮਰੀਕ ਸਿੰਘ, ਕਮਲਜੀਤ ਕੌਰ, ਰਣਜੀਤ ਕੌਰ, ਇੰਦਰਜੀਤ ਸਿੰਘ, ਮਨਜੀਤ ਕੌਰ, ਮਨਜੀਤ ਸਿੰਘ, गुरकमल कौर, गुरेकम कौर, सहबाज सिंह, गुरपाल सिंह, गुर अगमबीर सिंह, दिवजोत कौर, सुखविंदर कौर, हरप्रीत कौर ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਣ ਸਾਹਿਬ ਰੂਪਨਗਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਚਰਨਾਂ ਨਾਲ ਜੋੜਿਆ। ਸਰਦਾਰਨੀ ਚਰਨ ਕੌਰ ਜੀ ਦਾ ਜਨਮ ਪਿਤਾ ਸ਼੍ਰੀ ਰਾਮ ਜੀ ਦੇ ਘਰ ਮਾਤਾ ਸ਼੍ਰੀਮਤੀ ਮਨਸੀ ਦੇਵੀ ਜੀ ਦੀ ਕੁੱਖੋਂ ਪਿੰਡ ਮਾਜਰਾ ਹਿਮਾਚਲ ਵਿਖੇ ਲਗਭਗ 72 ਵਰੇ ਪਹਿਲਾਂ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਚਾਹੇ ਸਰਦਾਰਨੀ ਚਰਨ ਕੌਰ ਜੀ ਪੜ੍ਹੇ ਲਿਖੇ ਨਹੀਂ ਸਨ, ਪਰ 1992-93 ਵਿੱਚ ਚੱਲੇ ਸਾਖਰਤਾ ਮਿਸ਼ਨ ਵਿੱਚ ਆਪ ਜੀ ਨੇ ਸਿੱਖਿਆ ਹਾਸਿਲ ਕੀਤੀ ਅਤੇ ਆਪ ਜੀ ਅਜਿਹੇ ਬਜ਼ੁਰਗ ਸਨ ਜਿਨ੍ਹਾਂ ਨੇ ਬੁਢਾਪੇ ਵਿੱਚ ਸਿੱਖਿਆ ਗ੍ਰਹਿਣ ਕੀਤੀ। ਆਪ ਜੀ ਦਾ ਵਿਆਹ ਸਨ 1966 ਵਿੱਚ ਸਰਦਾਰ ਗੁਰਨਾਮ ਸਿੰਘ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ ਬੇਟੇ ਕਮਲ ਸਿੰਘ, ਅਮਰੀਕ ਸਿੰਘ ਅਤੇ ਬੇਟੀਆਂ ਰਣਜੀਤ ਕੌਰ ਅਤੇ ਮਨਜੀਤ ਕੌਰ ਨੇ ਜਨਮ ਲਿਆ। ਸਨ 1987 ਵਿੱਚ ਆਪ ਜੀ ਦੇ ਪਤੀ ਦਾ ਬੇਵਕਤੀ ਦੇਹਾਂਤ ਹੋ ਗਿਆ, ਪਰ ਫਿਰ ਵੀ ਮਾਤਾ ਜੀ ਨੇ ਹਿੰਮਤ ਨਾ ਹਾਰੀ। ਆਪ ਜੀ ਨੇ ਆਪਣੇ ਸਾਰੇ ਹੀ ਬੱਚਿਆਂ ਨੂੰ ਪੜ੍ਹਾਇਆ, ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀਆਂ ਦੋਨੋਂ ਬੇਟੀਆਂ ਆਪੋ ਆਪਣੇ ਸਹੁਰੇ ਘਰੀ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਆਪ ਜੀ ਦੇ ਦੋਨੋਂ ਬੇਟੇ ਕਮਲ ਸਿੰਘ ਜੀ ਅਤੇ ਅਮਰੀਕ ਸਿੰਘ ਜੀ ਐਡਵੋਕੇਟ ਹਨ ਅਤੇ ਆਪਣੇ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹਨਾਂ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਮਾਤਾ ਚਰਨ ਕੌਰ ਜੀ ਹੁਣਾਂ ਨੇ ਪਿੰਡ ਵਿੱਚ ਮਹਿਲਾ ਮੰਡਲ ਸ਼ੁਰੂ ਕੀਤਾ ਅਤੇ ਆਪ ਜੀ ਸਨ 2016 ਤੋਂ 2022 ਤੱਕ ਚੰਡੀਗੜ੍ਹ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੇ। ਮਾਤਾ ਚਰਨ ਕੌਰ ਜੀ ਅੰਮ੍ਰਿਤਧਾਰੀ ਸਿੱਖ ਸਨ। ਰੋਜ਼ਾਨਾ ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਲੋੜਵੰਦਾਂ ਦੀ ਸਹਾਇਤਾ ਮਾਤਾ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਮੌਜੂਦਾ ਸਮੇਂ ਵਿੱਚ ਸਰਦਾਰਨੀ ਚਰਨ ਕੌਰ ਜੀ ਦੀ ਫੁਲਵਾੜੀ ਗੁਰਕਮਲ ਕੌਰ, ਗੁਰੇਕਮ ਕੌਰ, ਸਹਿਬਾਜ ਸਿੰਘ, ਗੁਰਬਾਜ ਸਿੰਘ, ਗੁਰ ਅਗਮਬੀਰ ਸਿੰਘ, ਦਿਵਜੋਤ ਕੌਰ, ਸੁਖਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਨਾਲ ਮਹਿਕ ਰਹੀ ਹੈ। ਮਾਤਾ ਜੀ ਦੀ ਦੋਹਤਰੀ ਸੁਖਵਿੰਦਰ ਕੌਰ ਲੈਕਚਰਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਦੋਂ ਕਿ ਆਪ ਜੀ ਦੀ ਦੂਸਰੀ ਦੋਹਤੀ ਹਰਪ੍ਰੀਤ ਕੌਰ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਮਾਤਾ ਜੀ ਦਾ ਸਾਰਾ ਹੀ ਪਰਿਵਾਰ ਪੜ੍ਹਿਆ ਲਿਖਿਆ, ਸੁਘੜ ਅਤੇ ਸਿਆਣਾ ਪਰਿਵਾਰ ਹੈ।
तेरी वड्याई कोई नाओ ना जाने मेरा दंडौत बंधन अनेक बार सर्वकला समरथ डोलन तेरा को प्रभु प्रभु डोलन तेरा को प्रभु नानक देकर हथ निमाणियों के मान निताणियों के तान न्योटियों की ओट आश्रयों के आसरा तन तन श्री गुरु रामदास जियो महाराज तन तन श्री गुरु ग्रंथ साहिब जियो महाराज आनंद गुणी गुरु गरीब निवाज गरीब निवाज गरीब निवाज क्यों जीवन प्रीतम बिन माई क्यों जीवन प्रीतम बिन माई
प्रसाद मिले प्रभु नानक बल बल दाते हो
तिलना कीजे हर जपदे इन तिलना कीजे मेरी जिंदगी मेरी जिंदगी जम कंकर लेट आवे राम जम कंकर लेट आवे राम हर जप दया इन तिलना की जई मेरी जिंदगी मत के जपै सावे के ना आवे राम हम आदमी हाँ एक तने मोहत 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 न जाए नानक बिन वे तिसे सरे हो नानक बिन वे तिसे सरे जाने की पराना जाके पराना जलना रतना तेरा जलना इस उपरंत आनंद साहब जी ਦੀਆਂ 6 ਪੌੜੀਆਂ ਦਾ ਜਾਪ ਕਰਦੇ ਹੋਏ ਸਮੁੱਚੀ ਸੰਗਤ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ। ਬਿਲਾਵਲ ਮਹੱਲਾ ਪੰਜਵਾਂ
सदा सहाय संग प्रभ अमृत गुण चेना सहज समाधनद सुख पूरे गुर दीना सदा सहाय संग प्रभ अमृत गुण चेना रहा। जय जयकार जगत मह लोचै सब जिया सुप्रसन्न भे सतगुर प्रभु कश बिगड़ना थिया जाका दयाल प्रभु ताके सब दास सदा सदा वडियाइया नानक गुर पास जाका दयाल प्रभु ताके सब दास सदा सदा वडियाइया नानक गुर पास वाहिगुरु जी का खालसा वाहिगुरु जी की फतेह। इस मौके ਵੱਡੀ ਗਿਣਤੀ ਵਿੱਚ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੋ ਬਹੁਤ ਹੀ ਨਿਰਮੋਲ ਕੀਰਤਨ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੀ ਅਤੇ ਭਾਈ ਨਛੱਤਰ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਕੋਲ ਪਹੁੰਚੇ। ਸੋ ਇਹਨਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਮੈਂ ਦੋ ਸ਼ਬਦ ਮਾਤਾ ਚਰਨ ਕੌਰ ਜੀ ਜੋ ਕਿ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਮੌਜੂਦ ਨਹੀਂ ਹਨ, ਉਹਨਾਂ ਬਾਰੇ ਦੱਸਣਾ ਚਾਹੁੰਦਾ। ਮਾਤਾ ਚਰਨ ਕੌਰ ਜੀ 72 ਸਾਲ ਦੀ ਉਮਰ ਭੋਗ ਕੇ ਪਰਮਾਤਮਾ ਦੇ ਹੁਕਮ ਅਨੁਸਾਰ ਪਿਛਲੀ 19 ਅਗਸਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਅਨੁਸਾਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਰਾਜੇ ਸਨ। ਸੋ ਬੀਬੀ ਜੀ ਦਾ ਵਿਆਹ ਲਗਭਗ 54 ਸਾਲ ਪਹਿਲਾਂ ਸਰਦਾਰ ਗੁਰਨਾਮ ਸਿੰਘ ਜੀ ਪੁੱਤਰ ਸ਼੍ਰੀ ਜੈਰਾਮ ਵਾਸੀ ਪਿੰਡ ਕਟਲੀ ਰੂਪਨਗਰ ਨਾਲ ਹੋਇਆ। ਬੀਬੀ ਜੀ ਆਪਣੇ ਸਹੁਰੇ ਪਰਿਵਾਰ ਦੀ ਸਭ ਤੋਂ ਵੱਡੀ ਨੂੰਹ ਸਨ। ਪਰਿਵਾਰ ਵਿੱਚ ਵਿਚਰਦੇ ਹੋਏ ਆਪਣੇ ਫਰਜ਼ ਨਿਭਾਉਂਦੇ ਰਹੇ। ਪਿੰਡ ਕਟਲੀ ਵਿੱਚ ਮਹਿਲਾ ਮੰਡਲ ਦੀ ਸ਼ੁਰੂਆਤ ਕਰਨ ਸਮੇਂ ਮੋਹਰੀ ਮੈਂਬਰ ਸਨ ਅਤੇ ਲੰਮਾ ਸਮਾਂ ਕਟਲੀ ਮਹਿਲਾ ਮੰਡਲ ਦੇ ਸਕੱਤਰ ਰਹੇ। ਆਪਣੇ ਜੀਵਨ ਸਾਥੀ ਨਾਲ ਕੁਝ ਸਮਾਂ ਦਿੱਲੀ ਬਤੀਤ ਕਰਨ ਤੋਂ ਬਾਅਦ ਦੁਬਾਰਾ ਆਪਣੇ ਪਿੰਡ ਕਟਲੀ ਉੱਥੇ ਰਿਹਾਇਸ਼ ਕੀਤੀ। ਸੋ ਉਹਨਾਂ ਦੇ ਦੋ ਪੁੱਤਰ ਤੇ ਦੋ ਧੀਆਂ ਜਿਨ੍ਹਾਂ ਨੂੰ ਉਹਨਾਂ ਨੇ ਚੰਗੀ ਸਿੱਖਿਆ ਦਿੱਤੀ। ਮਈ 1987 ਵਿੱਚ ਆਪਣੇ ਜੀਵਨ ਸਾਥੀ ਸਵਰਗਵਾਸੀ ਸਰਦਾਰ ਗੁਰਨਾਮ ਸਿੰਘ ਜੀ ਦੀ ਮੌਤ ਤੋਂ ਬਾਅਦ ਬੇਹੱਦ ਸੰਘਰਸ਼ਮਈ ਜੀਵਨ ਦਾ ਜਿਹੜਾ ਸਮਾਂ ਉਹਨਾਂ ਨੇ ਬਤੀਤ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਲੈਵਲ ਤੱਕ ਦੀ ਜਿਹੜੀ ਪੜ੍ਹਾਈ ਆ ਉਸ ਪੱਧਰ ਦੀ ਪੜ੍ਹਾਈ ਜਿਹੜੀ ਹੈਗੀ ਆ ਕਰਵਾਈ। ਸੋ ਪਿਛਲੇ ਲਗਭਗ 13-14 ਸਾਲਾਂ ਤੋਂ ਦਿਲ ਦੀ ਬਿਮਾਰੀ ਅਤੇ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸਨ, ਪਰੰਤੂ ਕਦੇ ਵੀ ਆਪਣੀ ਬਿਮਾਰੀ ਤੋਂ ਪਿੱਛੇ ਨਾ ਹਟਦੇ ਹੋਏ ਆਪਣੇ ਫਰਜ਼ ਨਿਭਾਉਂਦੇ ਰਹੇ। ਬੀਬੀ ਜੀ ਦੀ ਚੰਡੀਗੜ੍ਹ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ 2016 ਤੋਂ 2022 ਤੱਕ ਡਾਇਰੈਕਟਰ ਰਹੇ ਅਤੇ ਡਾਇਰੈਕਟਰ ਦੇ ਅਹੁਦੇ ਤੇ ਰਹਿੰਦੇ ਹੋਏ ਕਈ ਕਮੇਟੀਆਂ ਵਿੱਚ ਮੋਹਰੀ ਭੂਮਿਕਾ ਨਿਭਾਈ। ਭਾਵੇਂ ਪੜ੍ਹਾਈ ਪੱਖੋਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਪਰ ਫਿਰ ਵੀ ਆਪਣੇ ਬੱਚੇ ਪੋਤੇ ਪੋਤੀਆਂ ਉਹਨਾਂ ਦੀ ਪੜ੍ਹਾਈ ਲਈ ਬੇਹੱਦ ਚਿੰਤਤ ਸਨ। ਤਾਂ ਬੀਬੀ ਜੀ ਦੇ ਦੋਵੇਂ ਲੜਕੇ
ਐਡਵੋਕੇਟ ਕਮਲ ਸਿੰਘ ਤੇ ਐਡਵੋਕੇਟ ਅਮਰੀਕ ਸਿੰਘ ਇਸ ਸਮੇਂ ਰੋਪੜ ਬਾਰ ਕੌਂਸਲ ਦੇ ਵਿੱਚ ਵਕਾਲਤ ਕਰ ਰਹੇ ਹਨ ਤੇ ਨਾਲ ਇਸ ਸਮੇਂ ਉਹ ਆਪਣਾ ਹੱਸਦਾ ਵੱਸਦਾ ਖੇਡਦਾ ਇੱਕ ਫੁਲਵਾੜੀ ਜਿਹੜੀ ਆ ਉਹ ਛੱਡ ਕੇ ਅੱਜ ਸਾਡੇ ਵਿੱਚ ਨਹੀਂ ਰਹੇ। ਸੋ ਮੈਂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅੱਜ ਅਸੀਂ ਆਪਣੇ ਭਰਾ ਦੇ ਮਾਤਾ ਜੀ ਦੇ ਅੰਤਿਮ ਸੰਸਕਾਰ ਵਿੱਚ ਹਾਜ਼ਰੀ ਲਵਾਉਣ ਲਈ ਸ਼ਾਮਲ ਹੋਏ ਹਾਂ। ਜਿੱਦਾਂ ਗਿਆਨੀ ਜੀ ਨੇ ਅਰਦਾਸ ਕਰਦੇ ਹੋਏ ਵੀ ਕਿਹਾ ਕਿ ਸਮਾਜ ਵਿੱਚ ਹਰ ਵਿਅਕਤੀ ਨੇ ਜੇ ਹਰ ਜੀਵਨ ਜਿਹੜਾ ਹੈ ਉਹ ਸਮਾਪਤ ਹੋਣਾ ਹੀ ਹੈ ਔਰ ਚਲੇ ਜਾਣਾ ਹੈ ਹਰ ਵਿਅਕਤੀ ਨੇ, ਕੋਈ ਦੋ ਰਾਏ ਨਹੀਂ। और जिस तरह मेरे वीर ने पहले बोलते हुए कहा कि एक मां ही है जो रूप होंगी है जिदे जड़ा है हर व्यक्ति जड़ा है अपने परमात्मा के रूप को देखता है। कमल जी ने जिन्नी देर भी माता जी इन्हों के कोल इन्हों के ग्रह से रहे बड़ी सेवा की उन्होंने हर तरह के दुख और हर तरह की तकलीफ उन्होंने भराता जी उन्होंने घर वाले जड़े ने हर बारी उन्होंने नाल हमेशा खड़े रहे। अज समाज विचों एक यहे व्यक्ति का इतों चले जाना होया जिन्होंने कि बहुत चंगे संस्कार अपने परिवार के दोहे बच्चे और संस्कार समाज को दिते। सो इन्होंने शब्दों मैं अपने वालों अपनी कांग्रेस पार्टी वालों पट्ठा एसोसीएशन के जिहदे नाल मैं संबंधित सारे वालों इस अंतिम अरदास के अपनी श्रद्धांजलि देंदे हुए परमात्मा अगे अरदास करता है कि यही जी माता बार बार जड़ी है समाज में जड़ा है जन्म लवे ताकि यह जे सपुत्र या परिवार जड़ा है हमेशा ही दुनिया में इस तरह का काम समाज की सेवा करते रहन। इन्होंने शब्दों नाल धन्यवादी हैं। गुरु साहब के महावाक जरा उन्होंने फरमाया ढले आवे नानका सदे उठ जाए, उस वाक के अनुसार माता चरण कौर जी गुरु साहब वालों बख्शी जिंदगी के जिन्ने सवास से पूरे करके साढ़े चो चले गए। अज असी सारे उन्होंने अंतिम अरदास वास्ते गुरु साहब अगे अरदास करने वास्ते इतने एकत्रित हुए हैं, इकट्ठे हुए हैं। मैं अपने वालों भी अपने परिवार वालों भी, क्योंकि जिहड़ा बजुर्गों का जिहड़े असूल है, जिहड़े सिद्धांत है या जिहड़े संस्कार है, उसकी रिफ्लैक्शन जिहड़ी आ परिवार के बच्चों से देखने को मिलती है। एडवोकेट कमल सिंह होना ना मेरा वार तकरीबन 2001 तो है, जो असी दोनों पंजाब यूनिवर्सिटी पढ़ने वास्ते गए थे। और ये गुरु साहब की बख्शिश है और बुजुर्गों का आशीर्वाद है और उन्होंने संस्कार कह सकते हैं कि स्टूडेंट यूनियन भी इस तरीके बुलंद आवाज इन्होंने हमेशा हिस्सा लिया। उस तो बाद आप सारे जानते हैं राजनीतिक तौर पर भी सरगर्म है, प्रोफैशनली एडवोकेट तौर पर सारे वकील साहबाना ने, भारतीय प्रधान साहब और ईवन सारे सत्कारित जज साहबान भी इतने आए थे। उन्होंने जिक्र किया है पिछले दिनों किसानों का अंदोलन होया, कई दिन उत्थे हिस्सा लेते रहे। मेरा कहने तो भाव है
ये बुजुर्गों की देन होंगी, उन्होंने संस्कार होंगे, उन्होंने सिद्धांत होंगे, उन्होंने जिस तरीके नाल परिवार को पालिया उसकी रिफ्लैक्शन बच्चों वही जज्बा है। अज एडवोकेट कमल होना का कोई भी इंटरव्यू तुम सुन लो, पंथ का दर्द, पंजाब का दर्द झलकता है और यही चीज़ां जिहड़ियां तुहानूं अगे लैके जांदियां। तो तुसीं सारे वर्गां चों साडे सरपंच साहिबान, साडे वकील साहिबान, जज साहिबान, सारियां राजनीतिक जथेबंदियां दे सत्कारित आगू साहिबान सारे इत्थे आए हैं। इस गल का सबूत है कि माता जी वालों दिखाए रस्ते से परिवार भी चलने की कोशिश कर रहा है और परमात्मा इस तरीके इन्हां ते कृपा बनाई रखे। माता जी ने अपने चरणों जगह देवे और परिवार को जोड़ा है उन्होंने दिखाए जोड़े मार्ग से चलने की कृपा गुरु साहब बख्शण। यही अरदास करते हैं। तुहाडा सारिआं दा बहुत बहुत धन्यवाद। वाहिगुरू जी का खालसा, वाहिगुरू जी की फतेह। अज असी अपने बहुत ही सत्कारयोग माता जिन्हां दे जीवन बारे साडे स्टेज सकत्तर सरदार अजमेर सिंह जी ने बहुत ही बखूबी नाल बयान किया है। उन्होंने सत्कार भेंट करने लिए आए हैं। अज भी साडा इत्थे आउण दा मकसद है कि असी इस परिवार नाल दुख साझा करना। इसे तरह साडा संसार चाउण का भी मकसद है, वो सानू पता होना चाहिए। गुरबाणी ने बयान किया, प्राणी आया लाहा लैण लगा बिच पखड़े सब भी चली है। पर महाराज ने नाल समझाया कि ये प्राणी तू इत्थे आया किस काम से, पर लग किस काम गया। तेरा काम सी इत्थे आके विच दुनिया सेव कमाई है तां दरगाह वैसन पाई है। तां इत्थे आके जिथे परिवार की पाल पोषणा करनी है उत्थे समाज की भी चंगी अपना योगदान पाना है अते परमात्मा का सिमरन करना। पर क्षमा करियो असी केवल परिवार के पालन पोषण तक सीमित रह गए। असी परमात्मा का सिमरन भी भुल गए, समाज की सेवा भी भुल गए। जिसका नतीजा की निकल रहा है, अज भावें असी दोष सरकारों देने भावें दूजिया देने, पर गलती साडी अपनी भी है कि असी अपने बच्चों को दुनियावी विद्या देने से जोर लगा दिता, पर चंगे संस्कार देने को असी पिछे रह गए। जिसका नतीजा की निकल रहा है, अज साडे बच्चे नशिया वाले पासे लग गए। जिस घर का बच्चा नशिया वाले पासे लग गया, ना वो रात को कदे बापू सुख की नींद सौंदा, ना कदे माता सुख की नींद सौंदी है, ना उसकी भैन कदे सुख की नींद सौंदी। जे ब्याह होती धर्म पत्नी कदे सुख की नींद नहीं सौंदी। इसलिए मैं हथ बन के ही बेनती करता कि जिस तरह माता जी ने अपने परिवार चंगे संस्कार दे के समाज की सेवा के काबिल बनाया, कमल जी को अज कौन नहीं जानता। हरेक दुख सुख में शामिल होंगे, हरेक समाज की सेवा शामिल होंगे। इस तरह के इंसान जे असी अपने बच्चों भी संस्कार चंगे देवांगे तो इस किस्म के अपने इंसान वधिया बन के समाज की सेवा कर सकेंगे, माता पिता का नाम रोशन कर सकेंगे। इन्हें शब्दों नाल मैं सारा हथ बन के बेनती करना, भाई अपने बच्चों को नशों से बचा के रखिए, चंगे संस्कार दे के चंगे इंसान बनाइए ताकि साडा लोक सुखिया लोक सुशीला हो सके। इन्होंने शब्दों नाल मैं श्रोमणी अकाली दल वालों माता जी को सत्कार भेंट करना, परिवार नाल दुख साझा करना। उस अकाल पुरख के चरणों में बेनती करांगा कि सतगुर कृपा करनी, समाज को चंगा बनाने लई सानू सारिआं नूं चंगे गुण पैदा करने, माता जी नूं अपने चरणों में निवास बख्शना, पिछे रहिंदे परिवार नूं भाणा मनण दा वर बख्शना। वाहिगुरू जी का खालसा, वाहिगुरू जी। जिवें स्टेज वालों दस्सिया गया है, माता जी अज साडे विचकार नहीं हन। असीं अज सच्चे पातशाह दा उपासना लैके संगत के रूप दे विच ये अरदास करन आए हैं कि हे अकाल पुरख अंतरजामी इस जीव को अपने चरणों के विच निवास बख्शी। और महाराज का फरमान है जे संगत इकट्ठी होकर अरदास करिए तो अरदास पूरी होती है। जिथों तक परिवार का
ਸੰਬੰਧ ਹੈ ਸਾਡੇ ਨਾਲ। ਜਿਵੇਂ ਦੱਸਿਆ ਗਿਆ ਹੈ, ਬੜੀ ਬੀਬੀ ਜੀ ਨੇ ਅੱਛੀ ਨੌਕਰੀ ਕਰੀ, ਇੱਕ ਅੱਛਾ ਪਰਿਵਾਰ, ਅੱਛੀ ਫਰਵਾੜੀ ਛੱਡ ਕੇ ਗਏ। ਆਪਣੀ ਜਥਾ ਸ਼ਕਤੀ ਨਾਲ, ਆਪਣੇ ਸੋਮੇ ਸੀ ਜਿਹੜੇ ਸੋਰਸ ਆਫ ਇਨਕਮ ਦੇ, ਉਹਦੇ ਨਾਲ ਉਹ ਤੋਂ ਵੱਧ ਚੜ ਕੇ ਇਸ ਪਰਿਵਾਰ ਨੂੰ ਕਿਤੇ ਲੈ ਕੇ ਗਏ ਹੈ, ਜਿਹਦੇ 'ਚ ਵਿਸ਼ੇਸ਼ ਤੌਰ 'ਤੇ ਸਾਡੇ ਵਾਰਡ ਦੇ ਸੀਨੀਅਰ ਮੈਂਬਰ ਕਮਲ ਕਟਲੀ ਜੀ, ਜਿਹੜੇ ਕਟਲੀ ਪਿੰਡ ਦੇ ਸਰਪੰਚ ਵੀ ਨੇ, ਔਰ ਉਹਨਾਂ ਦੇ ਦੂਸਰੇ ਬ੍ਰਦਰ ਅਮਰੀਕ ਸਿੰਘ ਜੀ ਸਾਡੇ ਐਡਵੋਕੇਟ ਨੇ, ਸਾਡੇ ਵਾਰਡ ਦੇ ਦੋਨੇ ਮੈਂਬਰ ਨੇ। ਬੜਾ ਇਹਨਾਂ ਦਾ ਸਹਿਯੋਗ ਹੈ ਵਾਰ ਵਾਸਤੇ। ਕਟਲੀ ਸਾਹਿਬ ਨੇ ਜਿੱਥੇ ਵਾਰ 'ਚ ਸਾਨੂੰ ਜਿੱਥੇ ਕਦੇ ਲੋੜ ਪਈ ਹੈ ਬੈਂਚ ਔਰ ਵਾਰ ਨੂੰ ਕਿਤੇ ਸਹਿਯੋਗ ਦੀ, ਅੱਛੀ ਸਲਾਹ ਦੀ, ਔਰ ਇਹ ਦੋਨੇ ਭਰਾ ਸਾਡੇ ਦੇ ਨਾਲ ਹਮੇਸ਼ਾ ਵਾਰ ਔਰ ਬੈਂਚ ਦੇ ਨਾਲ ਖੜੇ ਹੈ। ਇਸ ਪੱਖੋਂ ਸਾਡਾ ਵਾਰ ਔਰ ਬੈਂਚ ਧੰਨਵਾਦੀ ਹੈ ਵੀ ਇਹਨਾਂ ਨੇ ਹਮੇਸ਼ਾ ਕੋਈ ਚੜ੍ਹਦੀ ਕਲਾ ਵਾਲੀ, ਹਾਂ ਪੱਖੀ ਵਾਲੀ ਗੱਲ ਕਰੀ ਹੈ। ਉਹ ਤੋਂ ਇਲਾਵਾ ਕਟਲੀ ਸਾਹਿਬ ਨੂੰ ਬਤੌਰ ਸਰਪੰਚ ਪਿੰਡ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੇਰੇ ਨੇੜੇ ਨੇ ਪੰਜਾਬ ਸਰਕਾਰ ਵੱਲੋਂ, ਕੇਂਦਰੀ ਸਰਕਾਰ ਵੱਲੋਂ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਹਨਾਂ ਦੇ ਕੰਮਾਂ ਕਰਕੇ। ਸਲਾਹਣਯੋਗ ਹੈ, ਕਈ ਵਾਰੀ ਤੁਹਾਨੂੰ ਕੋਈ ਐਸੀ ਅਹੁਦਾ ਜਾਂ ਪੋਸਟ ਮਿਲਦੀ ਹੈ ਤੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗ੍ਰਹਿਣ ਜਾਂ ਕੋਈ ਨਾ ਕੋਈ ਨਜ਼ਰ ਲੱਗਦੀ ਹੈ, ਪਰ ਇਹਨਾਂ ਨੇ ਆਪਣੀ ਛਵੀ ਸਰਪੰਚ ਸਾਹਿਬ ਨੇ, ਵਕੀਲ ਸਾਹਿਬ ਨੇ ਸਾਫ ਸੁਥਰੀ ਰੱਖੀ ਹੈ ਔਰ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਜਾਂਦੇ ਹੈ ਔਰ ਲੋਕਾਂ ਦੇ ਕੰਮ ਵੀ ਆਉਂਦੇ ਹੈ। ਵਿਦਵਾਨ ਲੋਕ ਕਹਿੰਦੇ ਆ ਵੀ 3 ਤਰ੍ਹਾਂ ਦੇ ਲੋਕ ਸਮਾਜ 'ਚ ਨੇ। ਇੱਕ ਉਹ ਲੋਕ ਜਿਹੜੇ ਆਪਣੀ ਰੋਟੀ ਕਮਾਉਂਦੇ ਆ, ਆਪਣੇ ਬੱਚੇ ਪਾਲਦੇ ਆ, ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ। ਦੂਸਰੀ ਕਿਸਮ ਦੇ ਲੋਕ ਜਿਹੜੇ ਲੋਕਾਂ ਦਾ ਤੰਗ ਕਰਕੇ, ਲੋਕਾਂ ਦਾ ਖੂਨ ਚੂਸ ਕੇ ਕਮਾਈ ਕਰਦੇ ਆ, ਉਹ ਸਨਮਾਨੇ ਨਹੀਂ ਜਾਂਦੇ। ਤੀਸਰੀ ਕਿਸਮ ਦੇ ਲੋਕ ਜਿਹੜੇ ਆਪਣੇ ਕੰਮ ਦੇ ਨਾਲ ਨਾਲ ਲੋਕਾਂ ਦੇ ਕੰਮ ਆਉਂਦੇ ਆ, ਉਹਨਾਂ ਨੂੰ ਲੋਕ ਸਨਮਾਨ ਦਿੰਦਾ। ਇਹ ਤੀਸਰੀ ਕਿਸਮ ਦੇ ਲੋਕਾਂ 'ਚੋਂ ਪਰਿਵਾਰ ਹੈ। ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ, ਰਾਜਨੀਤੀ ਦੇ ਵਿੱਚ ਨਾਮ ਹੈ। ਅੱਜ ਪੰਜਾਬ ਦੇ ਜਿਸ ਦਿਨ ਤੋਂ ਮਾਤਾ ਜੀ ਰੁਖਸਤ ਹੋਏ ਹੈ, ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਦੇਖਦਾ ਹਾਂ ਘਰ ਜਾ ਕੇ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਸਮਾਜ ਦੇ ਆਗੂ, ਧਾਰਮਿਕ ਆਗੂ, ਰਾਜਨੀਤਿਕ ਪਾਰਟੀਆਂ ਦੇ ਆਗੂ, ਅੱਜ ਵੀ ਅਲੱਗ-ਅਲੱਗ ਆਗੂ ਹੈ ਜਿਹੜੇ ਉਹ ਬੈਠੇ ਹੈ, ਹਰ ਵਰਗ 'ਚੋਂ ਆਏ ਹੈ। ਇੱਕ ਦਿਖਦਾ ਹੈ ਇਹਨਾਂ ਦਾ ਪਿਆਰ ਹੈ, ਇਹਨਾਂ ਦਾ ਸਤਿਕਾਰ ਹੈ। ਸਾਡੀ ਵਾਰਡ ਦੇ ਹਰ ਮੈਂਬਰ, ਸਾਡੇ ਪ੍ਰਧਾਨ ਜੀ ਆਪਣੀ ਪੂਰੀ ਟੀਮ ਦੇ ਨਾਲ, ਸਾਡੇ ਵਾਰਡ ਦੇ ਸਾਰੇ ਮੈਂਬਰ, ਪ੍ਰਧਾਨ, ਸਾਬਕਾ ਪ੍ਰਧਾਨ ਸਾਰੇ ਅੱਜ ਹਾਜ਼ਰ ਹੈ। ਸਾਡੀ ਜਿਹੜੀ ਕਲਰਕ ਐਸੋਸੀਏਸ਼ਨ ਹੈ, ਜਿਹੜੇ ਸਾਡੇ ਮੁਨਸ਼ੀ ਹੈ, ਜੋ ਸਟਾਫ ਹੈ, ਉਹ ਆਇਆ ਹੈ। ਵਿਸ਼ੇਸ਼ ਤੌਰ ਤੇ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹਾ ਦੇ ਸੈਸ਼ਨ ਜੱਜ ਹਰਪ੍ਰੀਤ ਕੌਰ ਜੀ ਜੀਵਨ, ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਜੱਜ ਰਵਿੰਦਰ ਸਿੰਘ ਜੀ, ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅਮਨਪ੍ਰੀਤ ਸਿੰਘ ਜੀ, ਜੋ ਸਾਡੇ ਆਨਰੇਬਲ ਸੀਜੀਐਮ ਸਾਹਿਬ ਹੈ, ਉਹ ਵੀ ਆਏ ਹੈ। ਔਰ ਇਹ ਤੋਂ ਪਤਾ ਲੱਗਦਾ ਹੈ ਵੀ ਇਹਨਾਂ ਨੇ ਆਪਣਾ ਪਿਆਰ ਹੈ ਜਿਹੜਾ ਉਹ ਸਮਾਜ ਦੇ ਵਿੱਚ ਕਿੰਨਾ ਖਿਲਾਰਿਆ ਹੈ। ਔਰ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਸਮਾਜ ਦੀ ਸੇਵਾ ਕਰਦੇ ਰਹਿਣਗੇ। ਔਰ ਇਹਨਾਂ ਦੇ ਘਰ 'ਚ ਵੀ ਜਿਵੇਂ ਮਾਤਾ ਜੀ ਦੇ ਸਮੇਂ ਸੀਗਾ, ਬੀਬੀ ਜੀ ਦੇ ਸਮੇਂ ਸੀਗਾ, ਉਹ ਜਿਹੜੇ ਲੋਹ ਲੰਗਰ ਹੈ ਉਹ ਇਸੇ ਤਰ੍ਹਾਂ ਚੱਲਦੇ ਰਹਿਣਗੇ। ਔਰ ਕਿਹਾ ਹੈ ਗੁਰੂ ਦੇ ਵਜ਼ੀਰਾਂ ਨੇ, ਇੱਥੇ ਸ਼ਬਦ ਗਾਏ ਹੈ, ਸਮਾ ਸਾਹਾ ਲਿਖਿਆ ਮਿਲ ਕਰ ਪਾਵੋ ਦੇ ਦਿਓ ਸੱਜਣ ਸੀਸੀਆਂ ਜਿਉਂ ਹੋਵੇ ਸਭ ਸਿਉਂ ਵੇਲ। ਕਿਉਂਕਿ ਜਿਨ੍ਹਾਂ ਦੀ ਮਾਤਾ ਗਈ ਹੈ, ਜਿਨ੍ਹਾਂ ਦੀ ਬੀਬੀ ਗਈ ਹੈ, ਜੇ ਤੋਂ ਉਹਨਾਂ ਦੀ ਮਾਂ ਵਿਛੜੀ ਹੈ, ਉਸ ਬੰਦੇ ਨੂੰ, ਹਰ ਆਦਮੀ ਨੂੰ, ਜਿਹਦੇ ਮੈਂ ਵੀ ਇੱਕ ਸ਼ਾਮਲ ਹੈ, ਪਤਾ ਲੱਗਦਾ 11 ਸਾਲ ਪਹਿਲਾਂ ਮੇਰੇ ਮਾਤਾ ਜੀ ਦਾ ਵੀ ਸ਼ਰਧਾਂਜਲੀ ਸਮਾਰੋਹ ਹੋਇਆ ਸੀਗਾ। ਅੱਜ ਜਿਨ੍ਹਾਂ ਲੋਕਾਂ ਦੀਆਂ ਮਾਵਾਂ ਉਹਨਾਂ ਦੇ ਕੋਲ ਬੈਠੀਆਂ ਹੈ, ਉਹ ਬੜੇ ਕਿਸਮਤ ਵਾਲੇ ਹੈ। ਇਹਨਾਂ ਨੂੰ ਕੋਸ਼ਿਸ਼ ਕਰਿਓ ਵੀ ਪਲ ਪਲ ਉਹਦੀ ਸੇਵਾ ਜ਼ਰੂਰ ਹੋਵੇ, ਉਹਦੀ ਦੇਖਭਾਲ ਜ਼ਰੂਰ ਹੋਵੇ। ਇਹ ਇੱਕ ਵਾਰ ਗਈਆਂ ਵਾਪਸ ਨਹੀਂ ਆਉਂਦੀਆਂ, ਇਹ ਫਿਰ ਚਲੇ ਜਾਂਦੀਆਂ ਸਦੀਵਾ ਵਿਛੋੜਾ ਦੇ ਕੇ। ਮੈਂ ਆਪਣੇ ਵੱਲੋਂ ਬਾਰ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਧੰਨਵਾਦੀ ਆ, ਸੰਗਤ ਆਈ ਦਾ ਔਰ ਇਹਨਾਂ ਦਾ ਪਰਿਵਾਰ ਦਾ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ। ਔਰ ਜਿਹੜੀ ਸੰਗਤ ਹੈ, ਪ੍ਰਬੰਧਕਾਂ ਦਾ ਧੰਨਵਾਦੀ ਹੈ ਵੀ ਉਹਨਾਂ ਨੇ ਸੰਗਤ ਦੇ ਚਰਨ ਸਪਰਸ਼ ਕਰਨ ਦਾ ਵਾਰ ਨੂੰ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜੁਗੋ ਜੁਗੋ ਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜੀ ਹੋਈ ਗੁਰੂ ਰੂਪ ਸਾਧ ਸੰਗਤ ਜੀਓ, ਦਾਸ ਵੱਲੋਂ ਅਤੇ ਸੰਤ ਬਾਬਾ ਬਖਸ਼ਾਲ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੜੇ ਸਤਿਕਾਰ ਦੇ ਨਾਲ, ਅਦਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जिस कला द्वारा परमेश्वर इस सृष्टि को सदा नवा निर्भर रखता है, उस कला का नाम है मौत। जिस तरह प्राणी वृक्ष पशु पंछी जीवित संसार तो चले जाते हैं, उन्होंने जगह से नवी पैदाइश आ जाती है। आउण दे नाल खुशी प्रदान होती है ते जाण दे नाल दुख प्रदान होता है। इसे दुख के सुख दे विच आउण ते जाण दे विच संसार का जो बहन है वो तुरया आ रहा है ते अगे भी तुरदा रहना है परमेश्वर की रजा अनुसार। सो इस बहन के बड़े बड़े ऋषि मुनि पीर पैगंबर आए, चले गए अपनी वारी अनुसार। इस संसार से कोई स्थिर नहीं रहा ते ना ही किसी ने रहना है। सो इस करके संसार दे विच आउण दा मनोरथ परमेश्वर वालों यही है कि इत्थे आके अपने गृहस्थ विच रहिंदे गुरु नानक पातशाह जी की जो सानू सिक्ख्या दिती है, किरत करो नाम जपो ते वंड के छको। तिन्ने गल्लां ते पहरा दे के जो पुरानी संसार दे विच विचरदा है, फिर महाराज की बाणी कहती है धर्म राय दर कागज फाड़े या नानक लेखा समझा। फिर जदों तिन्ने गल्लां ते बंदा पहरा दिंदा, फिर गुरु नानक पातशाह बांह फड़दे हैं। फिर अगे धर्म राज की जरूरत नहीं होंदी किसी का लेखा जोखा करे, क्योंकि अगे महाराज की बाणी कहते कि करनी कीर्त बाची है वह लेखा कर समझाया। उत्थे व्यक्तिगत का लेखा होंदा, ये नहीं भी किसी की सिफारिश चलती है, किसी का कुछ चलता, उत्थे का पानी दुध एक पासे करके रखा जाता। इस करके यही बेनती है कि संसार के विच आए हैं, अपने परिवार में भी पालिए, किरत करिए, नाम जपिए, वंड के छकीए। सो माता जी बारे परिवार बारे तुसीं सारे बुलारे ने बहुत विस्तार के नाल परिवार बारे दस्सिया है। सो मैं अपने वालों संत बख्शियाल सिंह जी वालों तुहाडा धन्नवाद करदा कि इत्थे प्रोग्राम रखिया। सो 1-2 मिनट आपां नाम जपाउणा। सो तुहाडा सारिਆਂ ਦਾ धन्नवाद, सारे बुलारिਆਂ ने तकरीबन कर दिता। सो परिवार ਨੂੰ बेनती है कि भाणे ਦੇ ਵਿੱਚ ਰਹਿਣਾ ਸਭ ਤੋਂ ਵੱਡੀ ਗੱਲ है।